Good morning, students. In this lecture, we discuss monopoly equilibrium and law of cost. ਇੱਕ ਮੋਨੋਪੋਲਿਸਟਿਕ ਲੌਂਗ ਰਨ ਦੇ ਵਿੱਚ ਆਪਣੇ ਪ੍ਰੋਡਕਟ ਦੀ ਜਿਹੜੀ ਪ੍ਰਾਈਸ ਆ ਉਹ ਜ਼ਿਆਦਾ ਫਿਕਸ ਕਰੇਗਾ ਜਾਂ ਲੈਸ ਫਿਕਸ ਕਰੇਗਾ। ਇਹ ਟੂ ਥਿੰਗਸ ਦੇ ਉੱਪਰ ਡਿਪੈਂਡ ਕਰਦੀ ਹੈ। ਫਸਟ ਇਜ਼ ਨੇਚਰ ਆਫ ਇਲਾਸਟਿਸਿਟੀ ਆਫ ਡਿਮਾਂਡ ਐਂਡ ਸੈਕੰਡ ਇਜ਼ effect of law of cost on monopoly price determination. First is elasticity of demand. अगर मोनोपोलिस्टिक ਦੇ ਪ੍ਰੋਡਕਟ ਦੀ ਜਿਹੜੀ ਡਿਮਾਂਡ ਆ ਉਹ ਇਨ ਇਲਾਸਟਿਕ ਆ ਦੈਨ ਜਿਹੜਾ ਮੋਨੋਪੋਲਿਸਟਿਕ ਆ ਉਹ ਆਪਣੇ ਪ੍ਰੋਡਕਟ ਦੀ ਜਿਹੜੀ ਪ੍ਰਾਈਸ ਫਿਕਸ ਕਰੇਗਾ ਪ੍ਰੋਡਕਟ ਦੀ ਉਹ ਹਾਈ ਪ੍ਰਾਈਸ ਫਿਕਸ ਕਰੇਗਾ। ਰੀਜ਼ਨ ਬੀਇੰਗ ਕਿ ਇਨ ਇਲਾਸਟਿਕ ਡਿਮਾਂਡ ਕੀ ਹੁੰਦੀ ਆ? ਇਨ ਇਲਾਸਟਿਕ ਡਿਮਾਂਡ ਮੀਨਸ ਦ ਕੰਜ਼ਿਊਮਰਸ ਮੇ ਬਾਏ ਦੀ ਕੋਮੋਡਿਟੀ ਹਾਊ ਐਵਰ ਹਾਈ ਦ ਪ੍ਰਾਈਸ ਮੇ ਬੀ। ਇਨ ਇਲਾਸਟਿਕ ਡਿਮਾਂਡ ਉਹ ਹੁੰਦੀ ਹੈ ਕਿ ਪ੍ਰਾਈਸ ਭਾਵੇਂ ਕੁਛ ਵੀ ਹੋਵੇ, ਘੱਟ ਹੋਵੇ ਜਾਂ ਜ਼ਿਆਦਾ ਹੋਵੇ, ਡਿਮਾਂਡ 'ਤੇ ਕੋਈ ਇਫੈਕਟ ਨਹੀਂ ਪੈਂਦਾ। ਡਿਮਾਂਡ ਐਜ਼ ਇਟ ਇਜ਼ ਉਨੇ ਦੀ ਉਨੀ ਹੀ ਰਹਿੰਦੀ ਹੈ। ਠੀਕ ਹੈ, ਇਸ ਕਰਕੇ ਅਗਰ ਪ੍ਰਾਈਸ ਜ਼ਿਆਦਾ ਵੀ ਹਾਈ ਵੀ ਚਾਰਜ ਕਰਦਾ ਤਾਂ ਵੀ ਉਸਦੀ ਡਿਮਾਂਡ ਡਿਕਰੀਜ਼ ਨਹੀਂ ਕਰੇਗੀ। ਇਸ ਲਈ ਇੱਕ ਕੰਜ਼ਿਊਮਰ ਅਗਰ ਉਸਦੇ ਪ੍ਰੋਡਕਟ ਦੀ ਜਿਹੜੀ ਇੱਕ ਪ੍ਰੋਡਿਊਸਰ ਜਾਂ ਮੋਨੋਪੋਲਿਸਟਿਕ ਅਗਰ ਉਸਦੇ ਪ੍ਰੋਡਕਟ ਦੀ ਡਿਮਾਂਡ ਇਨ ਇਲਾਸਟਿਕ ਹੁੰਦੀ ਆ ਤਾਂ ਉਹ ਆਪਣੇ ਉਸ ਪ੍ਰੋਡਕਟ ਦੀ ਜਿਹੜੀ ਪ੍ਰਾਈਸ ਕੀ ਚਾਰਜ ਕਰਦਾ ਹੈ? ਹਾਈ ਪ੍ਰਾਈਸ ਚਾਰਜ ਕਰਦਾ ਹੈ। ਬਿਕੋਜ਼ ਕਿਉਂਕਿ ਹਾਈ ਪ੍ਰਾਈਸ ਲੈਣ ਦਾ ਚਾਰਜ ਕਰਨ ਦੇ ਨਾਲ ਉਸਦੀ ਸੇਲ ਉੱਤੇ ਕੋਈ ਵੀ ਐਡਵਰਸ ਇਫੈਕਟ ਨਹੀਂ ਪੈਂਦਾ। ਇਸ ਦੇ ਨਾਲ ਕੀ ਹੁੰਦਾ? ਉਸਦਾ ਪ੍ਰੋਫਿਟ ਵੀ ਇਨਕਰੀਜ਼ ਹੁੰਦਾ ਹੈ। ਔਨ ਦਾ ਅਦਰ ਹੈਂਡ ਅਗਰ ਜਿਹੜੀ ਡਿਮਾਂਡ ਆ ਉਹ ਇਲਾਸਟਿਕ ਦੈਨ ਜਿਹੜਾ ਮੋਨੋਪੋਲਿਸਟਿਕ ਆ ਉਹ ਪ੍ਰਾਈਸ ਕੀ ਫਿਕਸ ਕਰਦਾ? ਲੋ ਫਿਕਸ ਕਰਦਾ ਪਰ ਯੂਨਿਟ। ਲੋ ਪ੍ਰਾਈਸ ਫਿਕਸ ਹੋਣ ਦੇ ਨਾਲ ਕੀ ਹੁੰਦਾ ਆ? ਉਸਦੀ ਡਿਮਾਂਡ ਇਨਕਰੀਜ਼ ਕਰਦੀ ਆ ਅਤੇ ਸੇਲ ਵੀ ਇਨਕਰੀਜ਼ ਕਰਦੀ ਆ, ਜਿਸ ਕਾਰਨ ਉਸਦਾ ਜਿਹੜਾ ਪ੍ਰੋਫਿਟ ਵੀ ਮੈਕਸੀਮਮ ਹੁੰਦਾ। ਇਨ ਇਲਾਸਟਿਕ ਦਾ ਮਤਲਬ ਕੀ ਆ? ਡਿਮਾਂਡ ਇਲਾਸਟਿਕ ਦੈਟ ਮੀਨਸ ਕਿ ਪ੍ਰਾਈਸ ਵਿੱਚ ਚੇਂਜ ਹੋਣ ਦੇ ਨਾਲ ਡਿਮਾਂਡ ਦੇ ਵਿੱਚ ਵੀ ਬਹੁਤ ਚੇਂਜ ਆਉਂਦਾ ਹੈ। ਅਗਰ ਉਹ ਪ੍ਰਾਈਸ ਘੱਟ ਰੱਖੇਗਾ ਆਟੋਮੈਟਿਕਲੀ ਡਿਮਾਂਡ ਵਧੇਗੀ। ਇਸ ਕਰਕੇ ਅਗਰ ਜਿਹੜੀ ਗੁਡਸ ਦੀ ਡਿਮਾਂਡ ਇਨ ਇਲਾਸਟਿਕ ਆ ਉਹਨਾਂ ਦੀ ਪ੍ਰਾਈਸ ਜ਼ਿਆਦਾ, ਜਿਨ੍ਹਾਂ ਗੁਡਸ ਦੀ ਡਿਮਾਂਡ ਇਲਾਸਟਿਕ ਆ ਉਹਨਾਂ ਦੀ ਪ੍ਰਾਈਸ ਘੱਟ, ਤਾਂ ਜੋ ਉਹਨਾਂ ਦੀ ਡਿਮਾਂਡ ਵੱਧ ਸਕੇ। ਨੈਕਸਟ ਇਜ਼ ਅਫੈਕਟ ਆਫ ਲਾਅ ਆਫ ਕਾਸਟ ਔਨ ਮੋਨੋਪੋਲੀ ਪ੍ਰਾਈਸ ਡਿਟਰਮੀਨੇਸ਼ਨ। While fixing the price, a monopolistic also take into consideration cost of production. ਕਿ ਪ੍ਰਾਈਸ ਨੂੰ ਫਿਕਸ ਕਰਨ ਦੇ ਟਾਈਮ ਜਿਹੜਾ ਇੱਕ ਮੋਨੋਪੋਲਿਸਟਿਕ ਆ ਉਸ ਦੇ ਪ੍ਰੋਡਕਟ ਨੂੰ ਦੇ ਉੱਪਰ ਜਿਹੜੀ ਕੋਸਟ ਲੱਗੀ ਆ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਦਾ ਆ। ਲੌਂਗ ਰਨ ਦੇ ਵਿੱਚ ਇੱਕ ਜਿਹੜਾ ਆਊਟਪੁੱਟ ਜਿਹੜਾ ਪ੍ਰੋਡਿਊਸ ਕੀਤਾ ਜਾਂਦਾ ਆ ਉਹ ਅੰਡਰ ਲਾਅ ਆਫ ਡਿਮੀਨਿਸ਼ਿੰਗ ਕਾਸਟ 'ਤੇ ਜਾਂ ਇਨਕਰੀਜ਼ਿੰਗ ਕਾਸਟ 'ਤੇ ਅਤੇ ਜਾਂ ਫਿਰ ਕੌਂਸਟੈਂਟ ਕਾਸਟ ਦੇ ਅੰਡਰ ਕੀਤਾ ਜਾਂਦਾ ਹੈ। ਫਸਟ ਵੀ ਡਿਸਕਸ ਡਿਮੀਨਿਸ਼ਿੰਗ ਕਾਸਟ। ਇਨ ਦਿਸ ਕੇਸ ਜਦੋਂ ਇੱਕ ਡਿਮੀਨਿਸ਼ਿੰਗ ਕਾਸਟ ਦੇ ਵਿੱਚ ਜਦੋਂ ਇੱਕ ਪ੍ਰੋਡਿਊਸਰ ਆਪਣੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਦਾ ਹੈ ਤਾਂ ਉਸਦੀ ਜਿਹੜੀ ਕੋਸਟ ਆ ਡਿਮੀਨਿਸ਼ਿੰਗ ਕਾਸਟ ਦੇ ਕੇਸ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਨਾਲ ਉਸਦੀ ਜਿਹੜੀ ਕੋਸਟ ਆ ਪਰ ਯੂਨਿਟ ਕੋਸਟ ਉਹ ਡਿਮੀਨਿਸ਼ਿੰਗ ਕਰਦੀ ਜਾਂਦੀ ਆ। ਇਨ ਦਿਸ ਸਿਚੁਏਸ਼ਨ ਕਿ ਇਟ ਇਜ਼ ਐਡਵਾਈਜ਼ੇਬਲ ਫॉर द मोनोपोलिस्टिक to fix low price per unit and expand his sale in order to maximize his profit। ਕਿ ਡਿਮਿਨਿਸ਼ਿੰਗ ਕਾਸਟ ਦੀ ਸਿਚੁਏਸ਼ਨ ਦੇ ਵਿੱਚ ਮੋਨੋਪੋਲਿਸਟਿਕ ਨੂੰ ਇਹ ਕਰਨਾ ਚਾਹੀਦਾ ਕਿ ਉਸਨੂੰ ਆਪਣੀ ਪਰ ਯੂਨਿਟ ਜਿਹੜੀ ਪ੍ਰਾਈਸ ਆ ਪ੍ਰੋਡਕਟ ਦੀ ਉਹ ਘੱਟ ਫਿਕਸ ਕਰਨੀ ਚਾਹੀਦੀ ਆ ਤਾਂ ਜੋ ਉਸਦੀ ਸੇਲ ਐਕਸਪੈਂਡ ਹੋਵੇ। ਕਿਉਂਕਿ ਜਦੋਂ ਡਿਮਾਂਡ ਵਧੇਗੀ ਪ੍ਰਾਈਸ ਘੱਟ ਹੋਏਗਾ ਅਤੇ ਡਿਮਾਂਡ ਵਧੇਗੀ ਦੈਟ ਮੀਨਸ ਕਿ ਸੇਲ ਜ਼ਿਆਦਾ ਹੋਏਗੀ। ਉਸ ਨਾਲ ਕੀ ਹੁੰਦਾ? ਉਸਦਾ ਪ੍ਰੋਫਿਟ ਵੀ ਮੈਕਸੀਮਾਈਜ਼ ਹੋਏਗਾ। It is explained with the help of figure 8. In this figure, cost curve AC and MC are downward sloping curves. ਜਿਹੜਾ ਇੱਕ ਮੋਨੋਪੋਲਿਸਟਿਕ ਆ ਉਹ ਇਕੁਲਿਬਰੀਅਮ ਕਿੱਥੇ ਆ? ਐਟ ਈ ਪੁਆਇੰਟ ਹੈ। ਐਟ ਦਿਸ ਪੁਆਇੰਟ ਕਿਉਂਕਿ MC ਜਿਹੜੀ ਮਾਰਜਨਲ ਕਾਸਟ ਆ ਉਹ ਮਾਰਜਨਲ ਰੈਵਨਿਊ ਕਰਵ ਦੇ ਇਕੁਅਲ ਆ। ਦੇਖੋ ਅਸੀਂ ਮਾਰਜਨਲ ਰੈਵਨਿਊ ਐਂਡ ਮਾਰਜਨਲ ਐਵਰੇਜ ਰੈਵਨਿਊ ਅਤੇ ਮਾਰਜਨਲ ਰੈਵਨਿਊ ਕਰਵ ਤਾਂ ਐਜ਼ ਇਟ ਇਜ਼ ਉਸੇ ਤਰ੍ਹਾਂ ਬਣਾਉਣੇ ਆ। ਜਦੋਂ ਡਿਮਿਨਿਸ਼ਿੰਗ ਕਾਸਟ ਦਾ ਟਾਈਮ ਆ ਦੈਟ ਮੀਨਸ ਕਿ ਕਾਸਟ ਘੱਟ ਰਹੀ ਆ, ਇਸ ਲਈ ਕਾਸਟ ਕਰਵਸ ਕੀ ਹੋਣਗੀਆਂ? ਡਾਊਨਵਰਡਸ। ਇਹ ਕੀ ਆ? ਐਵਰੇਜ ਕਾਸਟ ਕਰਵ ਬਣਾਈ ਗਈ ਆ ਐਂਡ ਮਾਰਜਨਲ ਕਾਸਟ ਕਰਵ। ਜਿਸ ਜਗ੍ਹਾ 'ਤੇ ਮਾਰਜਨਲ ਕਾਸਟ ਕਰਵ ਮਾਰਜਨਲ ਰੈਵਨਿਊ ਦੇ ਇਕੁਅਲ ਕਾਸਟ ਕਰਵ ਨੂੰ ਕੱਟ ਕਰਕੇ ਨਿਕਲਦੀ ਹੈ ਦੈਟ ਮੀਨਸ ਉਸ ਜਗ੍ਹਾ 'ਤੇ ਮਾਰਜਨਲ ਕਾਸਟ ਅਤੇ ਮਾਰਜਨਲ ਰੈਵਨਿਊ ਇਕੁਅਲ ਆ। ਉਸ ਜਗ੍ਹਾ 'ਤੇ ਕੀ ਫਿਕਸ ਹੁੰਦਾ ਹੈ? ਇਕੁਲਿਬਰੀਅਮ ਆਊਟਪੁੱਟ ਕੀ ਫਿਕਸ ਹੋ ਗਿਆ? ਦੈਟ ਇਜ਼ OM ਐਂਡ OC ਕੀ ਆ?
ਸੋਰੀ OD ਕੀ ਆ, OD ਇਜ਼ ਦਾ ਇਕੁਲਿਬਰੀਅਮ ਪ੍ਰਾਈਸ ਆਫ ਦਾ ਆਊਟਪੁੱਟ। ਜਿਹੜਾ OD ਇਕੁਲਿਬਰੀਅਮ ਪ੍ਰਾਈਸ OM ਦਾ, ਉਹ ਐਵਰੇਜ ਕੋਸਟ ਕਿੱਥੇ ਜਗ੍ਹਾ 'ਤੇ OM ਆਊਟਪੁੱਟ ਜਿਹੜਾ ਕੋਸਟ ਨੂੰ ਕਿੱਥੇ ਕੱਟ ਕਰ ਰਿਹਾ, ਦੈਟ ਇਜ਼ B ਪੁਆਇੰਟ ਦੇ ਉੱਪਰ ਟੱਚ ਕਰ ਰਿਹਾ। ਦੈਟ ਮੀਨਸ ਕਿ ਕੋਸਟ ਕੀ ਲੱਗ ਰਹੀ ਆ, ਘੱਟ OC। ਦੈਟ ਮੀਨਸ ਕਿ ਇੱਕ ਫਰਮ ਨੂੰ ਕੀ ਹੁੰਦਾ ਆ, ਪ੍ਰੋਫਿਟ ਹੁੰਦਾ ਆ ABCD ਏਰੀਆ ਜੋ ਕਿ ਸ਼ੋ ਕੀਤਾ ਗਿਆ ਹੈ। ਪਹਿਲਾਂ ਸਿੰਪਲੀ ਐਵਰੇਜ ਰੈਵਨਿਊ ਐਂਡ ਮਾਰਜਨਲ ਰੈਵਨਿਊ ਕਰਵ ਬਣਾਓਗੇ ਤੁਸੀਂ, ਠੀਕ ਹੈ। ਫਿਰ ਤੁਸੀਂ ਬਣਾਉਣੀ ਹੈਗੀ ਮਾਰਜਨਲ ਕੋਸਟ ਕਰਵ ਐਂਡ ਐਵਰੇਜ ਕੋਸਟ ਕਰਵ, ਠੀਕ ਹੈ। ਮਾਰਜਨਲ ਕੋਸਟ ਕਰਵ ਨੇ ਮਾਰਜਨਲ ਰੈਵਨਿਊ ਕਰਵ ਨੂੰ ਇੱਥੇ ਕੱਟ ਕੀਤਾ, ਦੈਟ ਮੀਨਸ ਆਊਟਪੁੱਟ ਫਿਕਸ ਹੋ ਗਿਆ। ਇਸ ਕਰਵ ਨੇ ਰੈਵਨਿਊ ਕਰਵ ਨੂੰ ਕਿੱਥੇ ਕੀਤਾ, ਇਹ ਐਵਰੇਜ ਰੈਵਨਿਊ ਹੈ ਐਂਡ ਐਵਰੇਜ ਕੋਸਟ ਹੈ ਵਾਲੀ। ਇਸ ਜਗ੍ਹਾ 'ਤੇ ਪ੍ਰਾਈਸ ਫਿਕਸ ਹੋ ਗਈ, ਇਹ ਕੀ ਐਵਰੇਜ ਕੋਸਟ ਕਰਵ ਸੀ, ਦੈਟ ਇਜ਼ ਕੋਸਟ ਫਿਕਸ ਹੋ ਗਈ। ਇਹ ਕੀ ਆ, ਦੈਟ ਇਜ਼ ਪ੍ਰੋਫਿਟ। ਇਹ ਡਾਊਨਵਰਡ ਸਲੋਪਿੰਗ ਐਵਰੇਜ ਕੋਸਟ ਐਂਡ ਮਾਰਜਨਲ ਕੋਸਟ, ਕਿਉਂਕਿ ਡਿਮਿਨਿਸ਼ਿੰਗ ਕੋਸਟ ਦੀ ਸਿਚੁਏਸ਼ਨ ਆ। ਨੈਕਸਟ ਇਜ਼ ਇਨਕਰੀਜ਼ਿੰਗ ਕੋਸਟ। ਇਨ ਕੇਸ ਆਫ ਇਨਕਰੀਜ਼ਿੰਗ ਕੋਸਟ ਸਿਚੁਏਸ਼ਨ, ਇਟ ਮੀਨਸ ਕਿ ਜਦੋਂ ਪ੍ਰੋਡਕਸ਼ਨ ਇਨਕਰੀਜ਼ ਕੀਤਾ ਜਾਂਦਾ ਆ, ਦੈਨ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਆ, ਕੋਸਟ ਆਫ ਪ੍ਰੋਡਕਸ਼ਨ ਵੀ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦੀ ਹੈ। ਦੈਟ ਮੀਨਸ ਪ੍ਰੋਡਕਸ਼ਨ ਦੇ ਇਨਕਰੀਜ਼ ਹੋਣ ਦੇ ਨਾਲ ਕੋਸਟ ਆਫ ਪ੍ਰੋਡਕਸ਼ਨ ਵੀ ਇਨਕਰੀਜ਼ ਕਰਦੀ ਆ। ਇਨ ਦਿਸ ਸਿਚੁਏਸ਼ਨ ਇਟ ਵਿਲ ਬੀ ਬੈਨੀਫਿਸ਼ੀਅਲ ਫॉर द ਮੋਨੋਪੋਲਿਸਟਿਕ ਟੂ ਪ੍ਰੋਡਿਊਸ ਲੈਸ ਐਂਡ ਫਿਕਸ ਹਾਈ ਪ੍ਰਾਈਸ ਪਰ ਯੂਨਿਟਸ। ਕਿ ਸਿਚੁਏਸ਼ਨ ਦੇ ਵਿੱਚ ਜਿਹੜਾ ਮੋਨੋਪੋਲਿਸਟਿਕ, ਕਿਉਂਕਿ ਕੋਸਟ ਜ਼ਿਆਦਾ ਲੱਗ ਰਹੀ ਆ, ਇਸ ਲਈ ਉਸਨੂੰ ਕੀ ਕਰਨਾ ਚਾਹੀਦਾ, ਆਪਣਾ ਪ੍ਰੋਡਕਸ਼ਨ ਘੱਟ ਕਰਨਾ ਚਾਹੀਦਾ ਅਤੇ ਜਿਹੜੀ ਉਸਦੀ ਪ੍ਰਾਈਸ ਰੱਖਣੀ ਚਾਹੀਦੀ ਆ ਉਹ ਹਾਈ ਚਾਰਜ ਕਰਨੀ ਚਾਹੀਦੀ ਆ। ਇਨ ਫਿਗਰ 9 ਕੋਸਟ ਕਰਵ AC ਐਂਡ MC ਜਿਹੜੀ ਆ ਕੀ ਆ, ਸਲੋਪਿੰਗ ਅਪਵਰਡ। ਹੁਣ ਅਪਵਰਡ ਸਲੋਪਿੰਗ ਕੀ ਆ, ਕਿਉਂਕਿ ਇਨਕਰੀਜ਼ਿੰਗ ਕੋਸਟ ਆ, ਕਿ ਕੋਸਟ ਵੱਧ ਰਹੀ ਹੈ ਇਸ ਲਈ ਅਪਵਰਡ ਆਉਂਗਾ, ਜਦੋਂ ਡਿਕਰੀਜ਼ਿੰਗ ਡਾਊਨਵਰਡਸ ਆਉਣਗੀਆਂ। ਐਂਡ ਮੋਨੋਪੋਲਿਸਟਿਕ ਇਕੁਲਿਬਰੀਅਮ ਵਿੱਚ ਕਦੋਂ ਆ, ਪੁਆਇੰਟ E ਦੇ ਉੱਪਰ, ਕਿਉਂਕਿ ਪੁਆਇੰਟ E ਦੇ ਉੱਪਰ ਜਿਹੜੀ ਮਾਰਜਨਲ ਰੈਵਨਿਊ ਐਂਡ ਮਾਰਜਨਲ ਕੋਸਟ ਕੀ ਆ, ਇੱਕ ਦੂਸਰੇ ਦੇ ਇਕੁਅਲ ਆ, ਅਤੇ OM ਕੀ ਆ, ਇਕੁਲਿਬਰੀਅਮ ਆਊਟਪੁੱਟ। OM ਇਕੁਲਿਬਰੀਅਮ ਆਊਟਪੁੱਟ ਆ, ਅਤੇ ਦੈਨ ਪ੍ਰਾਈਸ ਕੀ ਫਿਕਸ ਹੁੰਦੀ ਹੈ, ਦੈਟ ਇਜ਼ ਐਵਰੇਜ ਰੈਵਨਿਊ ਦੇ ਅਕੋਰਡਿੰਗ। OD ਕੀ ਆ, ਪ੍ਰਾਈਸ ਐਂਡ OM ਆਊਟਪੁੱਟ ਦਾ ਜਿਹੜਾ ਕੋਸਟ ਲੱਗ ਰਹੀ ਆ, ਉਹ ਐਵਰੇਜ ਕੋਸਟ ਦੇ ਅਕੋਰਡਿੰਗ ਦੱਸਾਂਗੇ ਤੇ ਅਸੀਂ ਇਸ ਅਕੋਰਡਿੰਗ, ਦੈਟ ਇਜ਼ OC ਕੋਸਟ ਲੱਗ ਰਹੀ ਆ। ਸਿੰਸ ਕਿ ਜਿਹੜੀ ਐਵਰੇਜ ਰੈਵਨਿਊ ਆ ਉਹ ਕੀ ਆ, ਗ੍ਰੇਟਰ ਦੈਨ ਐਵਰੇਜ ਕੋਸਟ ਹੈ, ਅਤੇ ਮੋਨੋਪੋਲਿਸਟਿਕ ਨੂੰ ਜਿਹੜਾ ਪ੍ਰੋਫਿਟ ਅਰਨ ਹੁੰਦਾ ਹੈ ਉਹ ਕੀ ਆ, ABCD। Next is constant cost. It is a situation where cost of production remains constant whether production is more or less। कि production चाहे घट होवे ਜਾਂ ਜ਼ਿਆਦਾ ਹੋਵੇ, ਬਟ ਜਿਹੜੀ cost of production ਆ ਉਹ ਸੇਮ ਰਹਿੰਦੀ ਆ, ਠੀਕ ਹੈ। ਉਸਨੂੰ constant cost ਵਾਲੀ situation ਕਿਹਾ ਜਾਂਦਾ। In figure 10 constant cost is represented by average cost is equal to marginal cost curve which is parallel to x-axis। ਫਰਮਸ ਇਕੁਲਿਬਰੀਅਮ ਇਜ਼ ਐਟ ਪੁਆਇੰਟ B। ਕਿ ਫਰਮ ਇਕੁਲਿਬਰੀਅਮ ਵਿੱਚ ਕਦੋਂ ਆ, ਜਦੋਂ ਮਾਰਜਨਲ ਕੋਸਟ, ਕਿਉਂਕਿ ਪੈਰਲਰ x-axis ਦੇ, ਇਹ ਮਾਰਜਨਲ ਕੋਸਟ ਕਰਵ ਵੀ ਐਂਡ ਐਵਰੇਜ ਕੋਸਟ ਕਰਵ ਵੀ ਆ। ਮਾਰਜਨਲ ਕੋਸਟ ਜਿਸ ਜਗ੍ਹਾ 'ਤੇ ਮਾਰਜਨਲ ਰੈਵਨਿਊ ਦੇ ਇਕੁਅਲ, ਉਸ ਜਗ੍ਹਾ 'ਤੇ ਫਰਮ ਕੀ ਆ, ਇਕੁਲਿਬਰੀਅਮ ਵਿੱਚ। ਦੈਟ ਮੀਨਸ B ਪੁਆਇੰਟ 'ਤੇ, B ਪੁਆਇੰਟ ਨਾਲ ਆਊਟਪੁੱਟ ਜਿਹੜਾ ਫਿਕਸ ਹੋਇਆ, ਦੈਟ ਇਜ਼ OM ਯੂਨਿਟਸ ਆਫ ਇਕੁਲਿਬਰੀਅਮ ਆਊਟਪੁੱਟ। ਇਸ ਆਊਟਪੁੱਟ ਦੀ ਪ੍ਰਾਈਸ ਕੀ ਹੈ, ਐਵਰੇਜ ਰੈਵਨਿਊ ਦੇ ਅਕੋਰਡਿੰਗ OC, ਐਂਡ ਕੋਸਟ ਐਵਰੇਜ ਕੋਸਟ ਦੇ ਅਕੋਰਡਿੰਗ ਐਵਰੇਜ ਕੋਸਟ ਕਰਵ ਵੀ ਉਹ ਕੀ ਆ, OC। ਸਿੰਸ ਪ੍ਰਾਈਸ AM ਕੀ ਆ, ਉਹ ਗ੍ਰੇਟਰ ਦੈਨ ਹੈ ਐਵਰੇਜ ਕੋਸਟ BM ਦੇ। ਜਿਹੜਾ ਮੋਨੋਪੋਲਿਸਟਿਕ ਨੂੰ ਅਰਨ ਕੀ ਹੁੰਦਾ ਹੈ, AB ਪ੍ਰੋਫਿਟ ਪਰ ਯੂਨਿਟਸ, ਐਂਡ ਹਿਜ਼ ਟੋਟਲ ਮੋਨੋਪੋਲੀ ਪ੍ਰੋਫਿਟ ਇਜ਼ ABCD ਐਜ਼ ਸ਼ੋਨ ਬਾਈ ਦੀ ਸ਼ੇਡਡ ਏਰੀਆ। ਇਸ ਲਈ ਇੱਕ ਮੋਨੋਪੋਲਿਸਟਿਕ ਲੌਂਗ ਰਨ ਦੇ ਵਿੱਚ ਡਿਮਿਨਿਸ਼ਿੰਗ ਕੋਸਟ ਕਰਵ ਜਾਂ ਇਨਕਰੀਜ਼ਿੰਗ ਕੋਸਟ ਐਂਡ ਕੌਂਸਟੈਂਟ ਕੋਸਟ ਕਰਵ ਸਿਚੁਏਸ਼ਨ ਦੇ ਅੰਡਰ ਕੰਮ ਕਰਦਾ। ਅਗਰ ਡਿਮਿਨਿਸ਼ਿੰਗ ਕੋਸਟ ਆ, ਦੈਟ ਮੀਨਸ ਡਿਕਰੀਜ਼ਿੰਗ ਕੋਸਟ ਕਰਵਸ ਬਣਾਉਣੀਆਂ। ਅਗਰ ਇਨਕਰੀਜ਼ਿੰਗ ਕੋਸਟ ਆ, ਕੋਸਟ ਕਰਵਸ ਦੀ ਸ਼ੇਪ ਅਪਵਰਡ ਨੂੰ ਹੋਏਗੀ। ਅਗਰ ਕੌਂਸਟੈਂਟ ਕੋਸਟ ਆ ਤਾਂ ਕੋਸਟ ਕਰਵ ਦੀ ਸ਼ੇਪ ਕੀ ਹੋਏਗੀ, ਹੌਰੀਜ਼ੋਂਟਲ। ਐਂਡ ਮਾਰਜਨਲ ਰੈਵਨਿਊ ਨੇ ਐਵਰੇਜ ਰੈਵਨਿਊ ਦੀ ਜਿਹੜੀ ਕਰਵਸ ਆ ਉਹ ਐਜ਼ ਇਟ ਇਜ਼ ਜਿੱਦਾਂ ਬਣਦੀ ਸੀ ਡਾਊਨਵਰਡਸ ਹੀ ਆਉਣਗੀਆਂ ਹਰ ਸਿਚੁਏਸ਼ਨਸ ਦੇ ਵਿੱਚ। Next is monopoly price with zero cost of production. It is an extreme situation where the monopolistic has to incur no cost of production for producing the output। कि बहुत ही एक्सट्रीम सिचुएशन है कि ਕਿਸੇ ਟਾਈਮ ਕਿ ਜਿਹੜਾ ਮੋਨੋਪੋਲਿਸਟਿਕ ਨੂੰ ਜਿਹੜਾ ਆਪਣੇ ਆਊਟਪੁੱਟ ਨੂੰ ਪ੍ਰੋਡਿਊਸ ਕਰਦਾ ਉਸਦੀ ਕੋਈ ਵੀ ਕੋਸਟ ਨਹੀਂ ਲੱਗਦੀ ਪ੍ਰੋਡਕਸ਼ਨ ਕਰਨ 'ਤੇ।
ਸਪੋਜ਼ ਕਿ ਇੱਕ ਮੋਨੋਪਲਿਸਟਿਕ ਕੋਲ ਇੱਕ ਮਾਈਨ ਆ, ਡਿਊਰਿੰਗ ਦੀ ਓਪਰੇਸ਼ਨ ਆਫ ਮਾਈਨਿੰਗ ਇਹ ਫਾਊਂਟੇਨ ਆਫ ਵਾਟਰ ਸਪਰਿੰਗਸ ਆਊਟ, ਠੀਕ ਹੈ, ਉੱਥੇ ਫਾਊਂਟੇਨ ਆਫ ਵਾਟਰ, ਇਹ ਫਾਊਂਟੇਨ ਆਫ ਵਾਟਰ ਸਪਰਿੰਗਸ ਆਊਟ, ਅਤੇ ਉਸ ਜਿਹੜੀ ਮਿਨਰਲ ਵਾਟਰ ਦੀ ਜਿਹੜੀ ਕੋਸਟ ਆ ਉਹ ਕੀ ਆ ਮੋਨੋਪਲਿਸਟਿਕ ਦੇ ਲਈ ਜ਼ੀਰੋ ਆ। ਉਹ ਮਾਈਨਿੰਗ ਦੇ ਟਾਈਮ ਉਸਦੇ ਜਿਹੜਾ ਫਾਊਂਟੇਨ ਆਫ ਵਾਟਰ ਆ ਉਹਦੀ ਜਿਹੜੀ ਫਰੀ ਆਫ ਕੋਸਟ ਹੀ ਉਸਨੂੰ ਮਿਲ ਗਿਆ, ਠੀਕ ਆ, ਉਹਦੀ ਜਿਹੜੀ ਕੋਸਟ ਆ ਉਹ ਕੀ ਆ ਜ਼ੀਰੋ ਆ। How the monopolistic will fix its price and maximize his profits is explained with the help of figure 11. Figure 11 ਦੇ ਵਿੱਚ ਜਿਹੜਾ ਡਾਇਗਰਾਮ ਦੇ ਵਿੱਚ ਜਿਹੜੀ AR ਕੀ ਆ ਡਿਮਾਂਡ ਕਰਵ ਆ, ਐਵਰੇਜ ਰੈਵਨਿਊ ਕਰਵ ਨੂੰ ਅਸੀਂ ਡਿਮਾਂਡ ਕਰਵ ਵੀ ਕਹਿੰਦੇ ਆ, ਐਂਡ ਮਾਰਜਨਲ ਰੈਵਨਿਊ ਕੀ ਆ MR ਕੀ ਮਾਰਜਨਲ ਰੈਵਨਿਊ ਕਰਵ। ਸਿੰਸ ਕਿ ਜਿਹੜੀ ਫਾਊਂਟੇਨ ਆਫ ਵਾਟਰ ਦੀ ਜਿਹੜੀ ਕੋਸਟ ਆ ਦੈਟ ਮੀਨਸ ਟੋਟਲ ਕੋਸਟ ਕੀ ਆ ਜ਼ੀਰੋ, ਹੈਂਸ ਇਸ ਕਰਕੇ ਜਿਹੜੀ ਐਵਰੇਜ ਕੋਸਟ ਐਂਡ ਮਾਰਜਨਲ ਕੋਸਟ ਵੀ ਕੀ ਹੋਏਗੀ ਜ਼ੀਰੋ ਹੋਏਗੀ। ਇਕੁਲਿਬਰੀਅਮ ਪੁਆਇੰਟ ਕੀ ਆ Q, ਵੇਅਰ ਮਾਰਜਨਲ ਕੋਸਟ ਜਿਹੜੀ ਕਿ ਵਿਚ ਇਜ਼ ਜ਼ੀਰੋ, ਜਿਹੜੀ ਕਿ ਮਾਰਜਨਲ ਕੋਸਟ ਐਵਰੇਜ ਕੋਸਟ ਜ਼ੀਰੋ ਆ ਬਿਕੋਜ਼ ਟੋਟਲ ਕੋਸਟ ਵੀ ਜ਼ੀਰੋ ਆ, ਇਸ ਕਰਕੇ ਉਹ ਕੀ ਆ ਵਿਚ ਇਜ਼ ਜ਼ੀਰੋ ਐਟ X ਐਕਸਿਸ 'ਤੇ ਮਾਰਜਨਲ ਕੋਸਟ ਅਤੇ ਐਵਰੇਜ ਕੋਸਟ ਜ਼ੀਰੋ ਆ, ਦੈਟ ਮੀਨਸ ਕੋ X ਐਕਸਿਸ ਦੇ ਪੈਰਲਰ, ਦੈਟ ਮੀਨਸ ਇਹ ਵੀ ਕੀ ਆ ਮਾਰਜਨਲ ਕੋਸਟ ਐਂਡ ਐਵਰੇਜ ਕੋਸਟ ਕਰ ਵੀ ਇਹ ਆ ਜਿਹੜੀ OX ਵਾਲੀ ਲਾਈਨ ਆ, ਠੀਕ ਆ, ਦੈਟ ਮੀਨਸ ਕਿਉਂਕਿ ਜ਼ੀਰੋ ਆ। ਅਗਰ ਮਾਰਜਨਲ ਕੋਸਟ ਇਹ ਕੀ ਹੈ ਮਾਰਜਨਲ ਰੈਵਨਿਊ ਕਰਵ, ਮਾਰਜਨਲ ਰੈਵਨਿਊ ਕਰਵ ਮਾਰਜਨਲ ਕੋਸਟ ਤੇ ਕਿਸ ਜਗ੍ਹਾ 'ਤੇ ਇਕੁਅਲ ਹੈ ਦੈਟ ਇਜ਼ Q ਪੁਆਇੰਟ ਦੇ ਉੱਪਰ, ਦੈਟ ਮੀਨਸ ਇਕੁਲਿਬਰੀਅਮ ਆਊਟਪੁੱਟ ਕੀ ਆ OQ। The monopolistic firm will sell OQ units of mineral water at price NQ, and the price of the firm will be NQ per units and its total profit will be equal to OP NQ, ਕਿਉਂਕਿ ਉਹ ਜਿਹੜੀ ਕੋਸਟ ਕੀ ਆ ਜ਼ੀਰੋ, ਇਸ ਲਈ ਜਿਹੜਾ ਓਵਰਆਲ ਸਾਰੇ ਦਾ ਸਾਰਾ ਕੀ ਆ ਪ੍ਰੋਫਿਟ ਆ, ਕਿਉਂਕਿ ਉਸਦੀ ਕੋਸਟ ਜ਼ੀਰੋ ਆ, ਇਹ ਸਾਰੀ ਕੀ ਉਸਦੀ ਰੈਵਨਿਊ ਆ। Next is supply curve of a firm under monopoly. Perfect competition ਦੇ ਅੰਡਰ ਜਿਹੜੀ ਸ਼ਾਰਟ ਰਨ ਸਪਲਾਈ ਕਰਵ ਜਿਹੜੀ ਫਰਮ ਦੀ ਹੁੰਦੀ ਆ ਉਸਨੂੰ ਡਿਟਰਮਿਨ ਕੀਤਾ ਜਾਂਦਾ ਹੈ। ਜਿਹੜਾ ਮਾਰਜਨਲ ਕੋਸਟ ਕਰਵ ਜਿਹੜੀ ਐਵਰੇਜ ਵੇਰੀਏਬਲ ਕੋਸਟ ਦੇ ਉੱਪਰ ਜਿਹੜੀ ਮਾਰਜਨਲ ਕੋਸਟ ਕਰਵ ਦਾ ਹਿੱਸਾ ਹੁੰਦਾ ਉਸਨੂੰ ਸਪਲਾਈ ਕਿਹਾ ਜਾਂਦਾ ਹੈ। ਐਟ ਐਨੀ ਪ੍ਰਾਈਸ ਬਿਲੋ ਐਵਰੇਜ ਵੇਰੀਏਬਲ ਕੋਸਟ, ਕਿਉਂਕਿ ਫਰਮਸ ਆਪਣੇ ਜਦੋਂ ਐਵਰੇਜ ਵੇਰੀਏਬਲ ਕੋਸਟ ਤੋਂ ਨੀਚੇ ਕੋਈ ਵੀ ਪ੍ਰੋਡਕਸ਼ਨ ਨਹੀਂ ਕਰਦੀ ਉਸ ਟਾਈਮ ਕੀ ਕਰਦੀ ਉਹ ਸ਼ਟ ਡਾਊਨ ਕਰ ਦਿੰਦੀ ਆਪਣੇ ਪ੍ਰੋਡਕਸ਼ਨ ਦਾ। ਇਸ ਲਈ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਸਪਲਾਈ ਕਰਵ ਨੂੰ ਡਿਟਰਮਿਨ ਕੀਤਾ ਜਾਂਦਾ ਉਹ ਕੀ ਆ ਐਵਰੇਜ, ਸਪੋਜ਼ ਆ ਐਵਰੇਜ ਵੇਰੀਏਬਲ ਕੋਸਟ ਆ, ਇਹ ਕੀ ਆ ਮਾਰਜਨਲ ਕੋਸਟ ਕਰਵ। ਐਵਰੇਜ ਵੇਰੀਏਬਲ ਕੋਸਟ ਕਰਵ ਤੋਂ ਉੱਪਰ ਵਾਲੀ ਜਿਹੜੀ ਮਾਰਜਨਲ ਕੋਸਟ ਕਰਵ ਹੈ ਇਸ ਨੂੰ ਕੀ ਕਿਹਾ ਜਾਂਦਾ ਸਪਲਾਈ ਕਰਵ, ਕਿਉਂਕਿ ਇਸ ਤੋਂ ਨੀਚੇ ਸ਼ਟ ਡਾਊਨ ਪੁਆਇੰਟ ਆ ਕਿ ਆਪਣਾ ਫਰਮ ਪ੍ਰੋਡਕਸ਼ਨ ਹੀ ਨਹੀਂ ਕਰ, ਪ੍ਰੋਡਕਸ਼ਨ ਵੀ ਸਪਲਾਈ ਕਿਹਾ ਜਾਂਦਾ ਨਾ। ਐਵਰੇਜ ਵੇਰੀਏਬਲ ਕੋਸਟ ਦੇ ਉੱਪਰ ਵਾਲੀ ਜਿਹੜੀ ਜੋ ਵੀ ਪੋਰਸ਼ਨ ਉਸ ਨੂੰ ਕੀ ਕਿਹਾ ਜਾਂਦਾ ਆ ਸਪਲਾਈ ਕਰਵ ਆਫ ਦਾ ਫਰਮ। ਬਟ ਸਚ ਐਨ ਐਨਾਲਾਈਸਿਸ ਇਜ਼ ਨੋਟ ਵੈਲਿਡ ਫੋਰ ਏ ਮੋਨੋਪਲੀ ਫਰਮ ਬਿਕੋਜ਼ ਕਿਉਂਕਿ ਮੋਨੋਪਲੀ ਫਰਮ ਫਿਕਸ ਇਟਸ ਓਨ ਪ੍ਰਾਈਸ ਡਿਪੈਂਡਿੰਗ ਔਨ ਦੀ ਡਿਮਾਂਡ ਕੰਡੀਸ਼ਨ। ਜਿਹੜਾ ਇੱਕ ਮੋਨੋਪਲਿਸਟਿਕ ਆ ਉਹ ਆਪਣੀ ਪ੍ਰਾਈਸ ਆਪ ਫਿਕਸ ਕਰਦਾ ਹੈ ਡਿਮਾਂਡ ਕੰਡੀਸ਼ਨਸ ਦੇ ਅਕੋਰਡਿੰਗ। ਪ੍ਰਾਈਸ ਡਿਸਕ੍ਰਿਮੀਨੇਸ਼ਨ ਕੀ ਹੁੰਦਾ ਆ ਦੈਟ ਇਜ਼ ਚਾਰਜਿੰਗ ਡਿਫਰੈਂਟ ਪ੍ਰਾਈਸ ਫਰੋਮ ਡਿਫਰੈਂਟ ਬਾਇਰਸ and is also a distinguished characteristics of monopoly because of which supply curves become indeterminate. Figure 12 show this situation. Figure 12 ਦੇ ਵਿੱਚ ਇਹ ਡਾਇਗਰਾਮ ਦੇ ਵਿੱਚ ਜਿਹੜਾ AR and MR ਆ ਉਹ ਰੈਵਨਿਊ ਕਰਵ ਆ ਇਨ ਮਾਰਕੀਟ 1 ਐਂਡ ਵਾਈ, ਜਦ ਕਿ AR ਡੈਸ਼ ਐਂਡ MR ਡੈਸ਼ ਉਹ ਕੀ ਆ ਰੈਵਨਿਊ ਕਰਵਸ ਇਨ ਮਾਰਕੀਟ 2 ਆਫ ਦੀ ਮੋਨੋਪਲਿਸਟਿਕ। ਠੀਕ ਹੈ, ਦੋ ਮਾਰਕੀਟਸ ਸ਼ੋ ਕੀਤੀਆਂ ਗਈਆਂ, ਦੋ ਮਾਰਕੀਟਸ ਦੀਆਂ ਰੈਵਨਿਊ ਕਰਵ। ਫਿਗਰ 12 ਇਹ ਸ਼ੋ ਦੈਟ ਸੇਮ ਕੁਆਂਟਿਟੀ ਵਾਈਲ OP ਪ੍ਰਾਈਸ ਇਜ਼ ਚਾਰਜਡ ਇਨ ਮਾਰਕੀਟ 1 OP ਡੈਸ਼ ਪ੍ਰਾਈਸ ਇਜ਼ ਚਾਰਜ ਇਨ ਮਾਰਕੀਟ 2, ਮਤਲਬ ਕਿ ਸੇਮ ਕੁਆਂਟਿਟੀ ਦੀ ਜਿਹੜੀ ਪ੍ਰਾਈਸ ਆ OQ ਕੁਆਂਟਿਟੀ ਆ ਸੇਮ, OP ਪ੍ਰਾਈਸ ਚਾਰਜ ਕੀਤੀ ਜਾਂਦੀ ਮਾਰਕੀਟ 1 ਦੇ ਵਿੱਚ ਐਂਡ OP ਡੈਸ਼ ਪ੍ਰਾਈਸ ਚਾਰਜ ਕੀਤੀ ਜਾਂਦੀ ਮਾਰਕੀਟ 2 ਦੇ ਵਿੱਚ। ਦੈਟ ਮੀਨਸ ਸੇਮ ਕੁਆਂਟਿਟੀ ਦੀ ਪ੍ਰਾਈਸ ਡਿਫਰੈਂਟ ਚਾਰਜ ਕਰ ਰਹੇ ਆ ਡਿਫਰੈਂਟ ਮਾਰਕੀਟ ਦੇ ਵਿੱਚ। ਐਂਡ ਫਿਗਰ 12B ਦੇ ਵਿੱਚ ਸ਼ੋ ਦੈਟ ਫੋਰ ਦਾ ਸੇਮ ਪ੍ਰਾਈਸ ਵਾਈਲ OQ ਕੁਆਂਟਿਟੀ
while OQ quantity is sold in market 1 and OQ dash quantity is sold in market 2। ਫਿਗਰ 12 ਦੇ ਵਿੱਚ ਕੀ 12B ਦੇ ਵਿੱਚ ਸ਼ੋ ਕੀਤਾ ਗਿਆ ਹੈ ਕਿ ਡਿਫਰੈਂਟ ਕੁਆਂਟਿਟੀ ਆ ਬਟ ਪ੍ਰਾਈਸ ਕੀ ਆ ਸੇਮ ਆ ਡਿਫਰੈਂਟ ਮਾਰਕੀਟਸ ਦੇ ਵਿੱਚ। ਦੈਟ ਇਜ਼ ਸ਼ੋ ਕੀ ਕਰ ਰਿਹਾ ਕਿ ਇੱਕ ਜਿਹੜਾ ਇੱਕ ਮੋਨੋਪਲਿਸਟਿਕ ਫਰਮ ਆ ਉਹ ਕੀ ਆ ਡਿਫਰੈਂਟ ਕੁਆਂਟਿਟੀ ਨੂੰ ਸੇਮ ਪ੍ਰਾਈਸ 'ਤੇ ਸੇਲ ਕਰ ਸਕਦੀ ਆ ਅਤੇ ਡਿਫਰੈਂਟ ਪ੍ਰਾਈਸ ਚਾਰਜ ਕਰ ਸਕਦੀ ਆ ਸੇਮ ਕੁਆਂਟਿਟੀ ਦਾ ਅਕਰੋਸ ਡਿਫਰੈਂਟ ਮਾਰਕੀਟ ਆਫ ਇਸ ਪ੍ਰੋਡਕਟ। ਇਸ ਦੇ ਵਿੱਚ ਦੇਖੋ ਫਿਗਰ ਏ ਦੇ ਵਿੱਚ ਇਹ ਫਸਟ ਕੀ ਆ ਜਿਹੜੀ ਡਾਰਕ ਲਾਈਨ ਬਣਾਈ ਗਈ ਹੈ ਮਾਰਜਨਲ ਰੈਵਨਿਊ ਐਂਡ ਐਵਰੇਜ ਰੈਵਨਿਊ ਕਰ ਮਾਰਕੀਟ 1 ਦੀ ਆ। MR ਡੈਸ਼ ਐਂਡ AR ਡੈਸ਼ ਹੈ ਕੀ ਆ ਮਾਰਜਨਲ ਰੈਵਨਿਊ ਐਂਡ ਐਵਰੇਜ ਰੈਵਨਿਊ ਕਰਵ ਮਾਰਕੀਟ B ਦੀ ਆ। ਜਿਸ ਜਗ੍ਹਾ 'ਤੇ ਮਾਰਜਨਲ ਕੋਸਟ ਕੱਟ ਕਰਕੇ ਜਾ ਰਹੀ ਆ ਇਸ ਜਗ੍ਹਾ 'ਤੇ ਮਾਰਜਨਲ ਰੈਵਨਿਊ ਐਂਡ ਮਾਰਜਨਲ ਕੋਸਟ ਦੋਨੋਂ ਮਾਰਕੀਟ ਸੇ ਇਕੁਅਲ ਆ। ਦੇਖੋ ਮਾਰਜਨਲ ਰੈਵਨਿਊ ਐਂਡ ਮਾਰਜਨਲ ਰੈਵਨਿਊ ਡੈਸ਼ ਇਸ ਜਗ੍ਹਾ 'ਤੇ ਦੋਨੇ ਇਕੁਅਲ ਹੈ ਅਤੇ ਮਾਰਜਨਲ ਕੋਸਟ ਵੀ ਇਸ ਜਗ੍ਹਾ 'ਤੇ ਕੱਟ ਕੇ ਦੈਟ ਮੀਨਸ ਦੋਨੋਂ ਮਾਰਕੀਟਸ ਦੀ ਜਿਹੜੀ ਕੁਆਂਟਿਟੀ ਆ ਉਹ ਕੀ ਫਿਕਸ ਹੋ ਗਈ ਦੈਟ ਇਜ਼ OQ ਬਟ ਜਿਹੜੀ ਪ੍ਰਾਈਸ ਉਹ ਡਿਫਰੈਂਟ ਆ। ਮਾਰਕੀਟ A ਦੇ ਵਿੱਚ ਜਿਹੜੀ ਪ੍ਰਾਈਸ ਚਾਰਜ ਹੋ ਰਹੀ ਆ ਉਹ ਇਸ ਐਵਰੇਜ ਰੈਵਨਿਊ ਦੇ ਅਕੋਰਡਿੰਗ ਦੈਟ ਇਜ਼ OP ਐਂਡ ਮਾਰਕੀਟ 2 ਦੇ ਵਿੱਚ ਜਿਹੜੀ ਆ ਚਾਰਜ ਹੋ ਰਹੀ ਆ ਮਾਰਕੀਟ ਉਹ ਕੀ ਆ ਇਸ ਐਵਰੇਜ ਰੈਵਨਿਊ ਦੇ ਅਕੋਰਡਿੰਗ ਇਸ ਕਰਵ ਦੇ ਅਕੋਰਡਿੰਗ ਦੈਟ ਇਜ਼ OP ਡੈਸ਼ ਹੋ ਰਹੀ ਆ। ਫਿਗਰ 12B ਦੇ ਵਿੱਚ ਕੀ ਆ ਇਹ ਕੀ ਆ ਮਾਰਜਨਲ ਰੈਵਨਿਊ ਐਂਡ ਐਵਰੇਜ ਰੈਵਨਿਊ ਕਰਵ 1 ਮਾਰਕੀਟ ਦੀ ਐਂਡ ਦਿਸ ਇਜ਼ ਮਾਰਜਨਲ ਰੈਵਨਿਊ ਐਂਡ ਐਵਰੇਜ ਰੈਵਨਿਊ B ਮਾਰਕੀਟ ਦੀ ਗਿਵਨ ਆ। ਹੁਣ ਦੇਖੋ ਇਹ ਕੀ ਮਾਰਜਨਲ ਕੋਸਟ ਕਰਵ ਆ ਇਹ ਮਾਰਕੀਟ ਦੀ ਪਹਿਲਾਂ ਦੇਖੋ ਇਸ ਜਗ੍ਹਾ 'ਤੇ ਕੱਟ ਕਰ ਰਹੀ ਆ ਫਿਕਸ ਕੀ ਹੋਈ OQ ਕੁਆਂਟਿਟੀ ਪ੍ਰਾਈਸ ਕੀ ਫਿਕਸ ਹੋਈ ਦੈਟ ਇਜ਼ P ਐਂਡ B ਮਾਰਕੀਟ ਦੇ ਵਿੱਚ ਜਿਹੜੀ ਕੁਆਂਟਿਟੀ ਕੀ ਫਿਕਸ ਹੋਈ OQ ਡੈਸ਼ ਬਟ ਉਸ ਦੀ ਜਿਹੜੀ ਪ੍ਰਾਈਸ ਕੀ ਆ ਸੇਮ ਦੈਟ ਮੀਨਸ ਡਿਫਰੈਂਟ ਮਾਰਕੀਟ ਦੇ ਵਿੱਚ ਜਿਹੜੀ ਕੁਆਂਟਿਟੀ ਸੇਲ ਹੋ ਰਹੀ ਉਹ ਡਿਫਰੈਂਟ ਬਟ ਪ੍ਰਾਈਸ ਸੇਮ ਆ। that show कि a monopolistic firm can sell different quantities at the same price or can charge different price for the same quantity across different market of its product. Accordingly, any unique supply curve under monopoly is ruled out.